ਤੇ ਕਹਿੰਦੇ ਰਾਜਸਥਾਨ ਤੋਂ ਲੁਧਿਆਣੇ ਆਉਣ ਦੇ ਲਈ ਆਨਲਾਈਨ ਬੁੱਕ ਹੋ ਜਾਂਦੀ ਆ ਫੀਮ। ਟਿਕਟਾਂ ਤਾਂ ਸੁਣੀਆਂ ਸੀ ਜਰਮਨ 'ਚ। ਬਿਲਕੁਲ ਜੀ, ਆਨਲਾਈਨ ਟਿਕਟ ਬੁਕਿੰਗ, ਆਨਲਾਈਨ ਡਿਲੀਵਰੀ, ਅੱਜ ਕੱਲ੍ਹ ਚੀਜ਼ ਦੀ ਕਿਹੜੀ ਨਹੀਂ ਹੁੰਦੀ ਪ੍ਰਵੀਨ ਜੀ। ਪੰਜਾਬ 'ਚ ਇਸ ਗੱਲ ਦੀ ਖੂਬ ਚਰਚਾ ਕਿ ਡਰਾਇੰਗ ਰੂਮ 'ਚ, ਪਿੰਡ ਦੀ ਬੈਠਕ 'ਚ ਚਿੱਟਾ ਹੋਮ ਡਿਲੀਵਰੀ ਹੈ। ਤੇ ਫਿਰ ਇਹ ਤਾਂ ਫੀਮ ਹੈ ਜੀ। ਤੇ ਇਸ ਲਈ ਇਹ ਕਹਿੰਦੇ ਦੂਜੇ ਸੂਬੇ ਤੋਂ ਹੋਮ ਡਿਲੀਵਰੀ ਹੈ ਜੀ। ਰਾਜਸਥਾਨ ਤੋਂ ਲੁਧਿਆਣੇ ਬੱਸ ਅੱਡੇ ਤੱਕ 2 ਤੋਂ 3 ਦਿਨਾਂ 'ਚ ਪਹੁੰਚਾਉਣ ਦੀ ਗਰੰਟੀ ਦਿੰਦੇ ਨੇ ਜੀ, ਆਨਲਾਈਨ ਫੀਮ ਬੁੱਕ ਕਰਾਉਣ ਤੇ। ਔਰ ਇਹਦਾ ਪ੍ਰਤੱਖ ਸਰਵੇ ਪੰਜਾਬ ਦੇ ਵਿੱਚ ਪ੍ਰਕਾਸ਼ਿਤ ਇੱਕ ਅਖਬਾਰ ਦੈਨਿਕ ਭਾਸਕਰ ਨੇ ਕੀਤਾ ਜੀ। ਠੀਕ ਹੈ। ਉਹ ਅਖਬਾਰ ਦੇ ਪੱਤਰਕਾਰਾਂ ਨੇ ਸਟਿੰਗ ਕਹਿ ਲਓ ਇਹਨੂੰ, ਨਵੇਂ ਤਰੀਕੇ ਦਾ, ਉਹ ਬਕਾਇਦਾ ਗਾਹਕ ਬਣ ਕੇ ਆਨਲਾਈਨ ਫੋਨ ਕਰਦੇ ਨੇ ਤੇ ਗੱਲਬਾਤ ਰਿਕਾਰਡ ਕਰਦੇ ਨੇ ਤੇ ਉਹ ਗੱਲਬਾਤ ਨੂੰ ਨਸ਼ਰ ਕਰਦੇ ਨੇ। ਜੀ ਜੀ। ਤੇ ਸਭ ਤੋਂ ਕਮਾਲ ਦੇ ਜਿਹੜੇ ਤੱਥ ਉਹਨਾਂ ਨੇ ਸਾਹਮਣੇ ਰੱਖੇ ਕਿ ਅਫਸੋਸਜਨਕ ਤੱਥ ਇਹ ਹੈ ਕਿ ਸਾਈਬਰ ਸੈੱਲ ਬਣੇ ਆ ਜੀ, ਕੰਟਰੋਲ ਕਰਨ ਦੀਆਂ ਪਾਲਿਸੀਆਂ ਬਣੀਆਂ ਜੀ। ਕਿੱਥੇ ਆ ਉਹ ਸਾਰਾ ਕੁਝ ਜੇਕਰ ਆਨਲਾਈਨ ਇਹ ਕੁਝ ਮਿਲਦਾ? ਪ੍ਰਵੀਨ ਜੀ, ਉਹ ਕਹਿੰਦੇ ਕਿ ਆਨਲਾਈਨ ਪੇਜ ਬਣੇ ਨੇ। ਠੀਕ ਹੈ। ਆਨਲਾਈਨ ਨੰਬਰ ਪਏ ਨੇ, ਕੰਟੈਕਟ ਨੰਬਰ ਪਏ ਨੇ, ਚੈਟ ਵੀ ਹੁੰਦੀ ਆ। ਉਹ ਦੂਆ ਅੱਜ ਕੱਲ ਇੰਸਟਾਗ੍ਰਾਮ ਸਾਰਾ ਕੁਝ ਇਹੋ ਜਿਹੇ ਪ੍ਰਬੰਧ ਹੈਗੇ ਨੇ ਉਹਨਾਂ ਦੇ। ਫੇਸਬੁੱਕ ਪੇਜ ਬਣੇ ਨੇ ਜਿੱਥੋਂ ਕਹਿੰਦੇ ਜੀ ਬੁਕਿੰਗ ਕਰੋ। ਠੀਕ ਹੈ। ਮਤਲਬ ਤਸਕਰਾਂ ਨਾਲ ਮੈਸੇਂਜਰ ਤੇ ਗੱਲਬਾਤ ਹੁੰਦੀ ਹੈ ਪੱਤਰਕਾਰ ਦੀ, ਤੇ ਉਹ ਪੱਤਰਕਾਰ ਤਸਕਰ ਨਾਲ ਜਦੋਂ ਗੱਲਬਾਤ ਕਰਦਾ, ਮੈਂ ਗੱਲਬਾਤ ਤੁਹਾਡੇ ਸਾਹਮਣੇ ਰੱਖ ਦੇਣਾ, ਕਹਿੰਦਾ ਹੈਲੋ, ਤੁਹਾਡੇ ਫੇਸਬੁੱਕ ਤੋਂ ਪਤਾ ਲੱਗਿਆ ਗਿਆ ਤੁਸੀਂ ਫੀਮ ਵਾਲੀ ਰੀਲ ਜੀ ਪਾਈ ਸੀ, ਕੀ ਤੁਸੀਂ ਸੱਚਮੁੱਚ ਫੀਮ ਭੇਜ ਦੋਗੇ? ਠੀਕ ਹੈ। ਅੱਗੋਂ ਤਸਕਰ ਕਹਿੰਦਾ ਹਾਂ ਮਿਲ ਜੂਗੀ, ਕਿੰਨੀ ਚਾਹੀਦੀ ਆ? ਫਿਰ ਪੱਤਰਕਾਰ ਪੁੱਛਦਾ ਰੇਟ ਦੱਸੋ ਕੀ ਲੱਗੂਗਾ? ਮਾਲ ਲੈ ਕੇ ਦੇਖ, ਕਹਿੰਦਾ ਪਹਿਲਾਂ ਆਪਣਾ ਰੇਟ 1,60,000 ਰੁਪਏ ਪ੍ਰਤੀ ਕਿਲੋ ਫੀਮ ਦਾ। ਠੀਕ ਹੈ ਜੀ। 1,60,000। ਤੇ ਪੱਤਰਕਾਰ ਫਿਰ ਕਹਿੰਦਾ ਮੈਂ ਮਤਲਬ ਕਿ ਤੁਹਾਡਾ ਮੈਸੇਜ ਦੇਖਿਆ ਸੀ, ਪਰ ਮੈਨੂੰ ਤਾਂ ਪਤਾ ਲੱਗਿਆ ਇੱਥੇ 90,000 ਚ ਮਿਲ ਜਾਂਦੀ ਹੈ। ਕਹਿੰਦਾ ਜਿਹੜੀ ਤੁਹਾਡੇ 90,000 ਚ ਮਿਲਦੀ ਹੈ ਉਹ ਚ ਚੋਕਲੇਟ ਜਾਂ ਕੁਝ ਹੋਰ ਮਿਲਾਇਆ ਹੁੰਦਾ, ਸਾਡੇ ਵਾਲਾ ਸ਼ੁੱਧ ਮਾਲ ਹੈ। ਠੀਕ ਹੈ ਜੀ। ਫਿਰ ਪੱਤਰ ਕਹਿੰਦਾ ਸਮਾਨ ਮਿਲੂਗਾ ਕਿਵੇਂ? ਫਿਰ ਤਸਕਰ ਕਹਿੰਦਾ ਘਰ ਤਾਂ ਨਹੀਂ ਪਹੁੰਚਾਵਾਂਗੇ, ਤੁਹਾਡੇ ਇਲਾਕੇ ਦਾ ਜਿਹੜਾ ਵੀ ਬੱਸ ਅੱਡਾ ਹੋਊਗਾ ਉੱਥੇ ਪਹੁੰਚ ਜੂਗਾ, ਅੱਗੇ ਲਿਜਾਣੀ ਤੁਹਾਡੀ ਗਰੰਟੀ। ਫਿਰ ਪੱਤਰਕਾਰ ਕਹਿੰਦਾ ਪੈਸੇ ਪਹਿਲਾਂ ਜਾਂ ਬਾਅਦ ਚ? ਤਸਕਰ ਕਹਿੰਦਾ ਅੱਧੇ ਪੈਸੇ ਪਹਿਲਾਂ ਤੇ ਅੱਧੇ ਡਿਲੀਵਰੀ ਦੇ ਵਕਤ। ਠੀਕ ਹੈ। ਇਸ ਦੇ ਲਈ ਦਿਨ ਤੈਅ ਨਹੀਂ, ਪਰ 3 ਦਿਨਾਂ ਚ ਪਹੁੰਚੂ, ਤੁਰੰਤ ਦੱਸਾਂਗੇ ਜਦੇ। ਪੱਤਰਕਾਰ ਕਹਿੰਦਾ ਮਤਲਬ ਕਿ ਐਂ ਤਾਂ ਨਹੀਂ ਹੋਊਗਾ ਕਿ ਪੈਸੇ ਲੈ ਕੇ ਸਮਾਨ ਹੀ ਨਾ ਮਿਲੇ? ਉਹ ਕਹਿੰਦਾ ਮਿੱਤਰਾ ਭਰੋਸਾ ਤਾਂ ਕਰਨਾ ਪੈਣਾ, ਬਸ ਇਹ ਕਹਿ ਕੇ ਫੋਨ ਕੱਟ ਹੋ ਜਾਂਦਾ। ਠੀਕ ਹੈ। ਹੁਣ ਹਵਾਲਾ ਇਹ ਆ, ਉਹ ਕਹਿੰਦੇ ਇੰਸਟਾਗ੍ਰਾਮ ਤੇ ਵੀ ਫੀਮ ਦੇ ਪੇਜ ਨੇ, ਫੇਸਬੁੱਕ ਤੇ ਵੀ ਵੱਖ-ਵੱਖ ਨਸ਼ਿਆਂ ਵਾਲੇ ਧੰਦਿਆਂ ਵਾਲੇ ਇਹੋ ਜਿਹੇ ਪੇਜ ਨੇ, ਹੈ ਇਹ ਉਵੇਂ ਹੀ ਹੈ ਫਰੈਂਡਸ਼ਿਪ ਐਪ, ਇਹ ਬਸ ਉਹੀ ਜਿਹਾ ਇੱਕ ਬਿਜ਼ਨਸ ਨਵਾਂ ਹੈਗਾ। ਸੋ ਇਹਦਾ ਮਤਲਬ ਸਾਈਬਰ ਸੈੱਲ ਕਿੱਥੇ ਨੇ? ਔਰ ਖਾਸ ਕਰਕੇ ਪ੍ਰਵੀਨ ਜੀ, ਪੰਜਾਬ ਦਾ ਇੱਕ ਰਿਕਾਰਡ ਬੋਲਦਾ, ਲੁਧਿਆਣਾ ਦੀ ਪੁਲਿਸ ਨੇ ਪਿਛਲੇ 9 ਮਹੀਨਿਆਂ ਚ 54 ਕਿਲੋ 790 ਗ੍ਰਾਮ, ਲਗਭਗ 55 ਕਿਲੋ ਫੀਮ ਲੁਧਿਆਣਾ ਖੇਤਰ ਚ ਪਿਛਲੇ 9 ਮਹੀਨਿਆਂ ਚ ਫੜੀ ਗਈ ਹੈ। ਅੱਛਾ। ਮਤਲਬ ਜੇ 1,60,000 ਦਾ ਵੀ ਰੇਟ ਆ, ਤਾਂ ਵੀ ਇਹ 86 ਤੋਂ 87 ਲੱਖ ਦੀ ਬਣਦੀ ਆ। ਜੇ 1.5 ਲੱਖ ਰੁਪਏ ਨੂੰ ਵੀ ਕਿਲੋ ਦਾ ਰੇਟ ਆ, ਤਾਂ ਵੀ ਇਹ 81-82 ਲੱਖ ਦੀ ਬਣਦੀ ਹੈ ਜਿੰਨੀ ਫੜ ਲਈ। ਜੀ ਜੀ। ਤੇ ਜਦੋਂ ਉਹਦੇ ਖਾਸ ਕਾਰਨ ਇਹ ਹੈ ਕਿ ਇਹ ਜਿਹੜੀ 54 ਕਿਲੋ 790 ਗ੍ਰਾਮ ਫੜੀ, ਇਹਦੇ ਨਾਲ 33 ਤਸਕਰ ਫੜੇ ਆ ਜੀ। ਤੇ 33 ਤਸਕਰਾਂ ਚੋਂ 23 ਤਸਕਰ ਰਾਜਸਥਾਨ ਦੇ ਆ, 10 ਤਸਕਰ ਯੂਪੀ ਦੇ ਆ। ਇੱਕ ਪਾਸੇ ਪੁਲਿਸ ਕੋਲੇ ਸਪਸ਼ਟ ਰੂਪ ਚ ਇਹਨਾਂ 9 ਮਹੀਨਿਆਂ ਚ ਹੋਈਆਂ ਗ੍ਰਿਫਤਾਰੀਆਂ ਤੋਂ ਸਾਫ਼ ਹੈ ਕਿ ਪੰਜਾਬ ਦੇ ਅੰਦਰ ਫੀਮ, ਭੁੱਕੀ, ਇਹ ਚੀਜ਼ਾਂ ਰਾਜਸਥਾਨ ਤੋਂ ਜਾਂ ਯੂਪੀ ਤੋਂ ਆਉਂਦੀਆਂ। ਤੇ ਦੂਏ ਪਾਸੇ ਆਨਲਾਈਨ ਉਹ ਸ਼ਰੇਆਮ ਇਹ ਵੀ ਨਹੀਂ ਪੁੱਛਦੇ ਤੂੰ ਬੋਲਣ ਵਾਲਾ ਕੌਣ ਹੈ, ਕਿੱਥੋਂ ਬੋਲ ਰਿਹਾ ਹੈ ਨਾ, ਤੇ ਉਹ ਸ਼ਰੇਆਮ ਉਹ ਸਾਰਾ ਕੁਝ ਸੌਦਾ ਕਰ ਰਹੇ ਨੇ। ਇਹਦਾ ਮਤਲਬ ਕੀ ਪੁਲਿਸ ਨੂੰ ਹਿੱਸਾ ਪੱਤੀ ਮਿਲਦੀ ਹੈ? ਜਦੋਂ ਉੱਪਰੋਂ ਹੁਕਮ ਆਉਂਦੇ ਨੇ ਤਾਂ ਸਖਤੀ ਨਾਲ 4 ਕੇਸ ਦਿਖਾਉਂਦੇ ਨੇ, ਜਾਂ ਪੁਲਿਸ ਦੀਆਂ ਅੱਖਾਂ 'ਚ ਇੰਨਾ ਘੱਟਾ ਪਿਆ, ਕੋਈ ਇੰਨੀ ਕਾਲੀ ਐਨਕ ਲੱਗੀ ਹੈ ਕਿ ਉਹਨਾਂ ਨੂੰ ਇਹ ਪੇਜ ਵੀ ਨਹੀਂ ਦਿਖਦੇ। ਕਿੱਥੇ ਆ ਉਹਨਾਂ ਦਾ ਸਾਈਬਰ ਸੈੱਲ? ਕਿੱਥੇ ਆ ਉਹਨਾਂ ਦੇ ਐਕਸ਼ਨ? ਕਿੱਥੇ ਆ ਕਾਰਵਾਈ? ਜੇ ਇੰਨੀ ਫੜੀ ਗਈ ਤਾਂ ਕਿੰਨੀ ਵਿਕੀ? ਜੇ 3 ਦਿਨ ਚੋਂ ਕਹਿੰਦੇ ਨੇ ਕਿ ਗਰੰਟੀ ਆ ਪਹੁੰਚ ਦਿਆਂਗੇ, ਤਾਂ ਹਰ 2 ਦਿਨਾਂ ਬਾਅਦ ਤੀਆ ਦਿਨ ਆਉਂਦਾ ਜਨਾਬ। ਜੀ ਜੀ। ਨਿੱਤ ਦਿਨ ਕੋਈ, ਅੱਜ ਦਾ ਦਿਨ 2 ਦਿਨ ਪਹਿਲਾਂ ਲਈ ਤੀਆ ਦਿਨ ਸੀ, ਕੱਲ ਦਾ ਦਿਨ 1 ਦਿਨ ਪਹਿਲਾਂ ਲਈ ਤੀਆ ਦਿਨ ਹੈ, ਪਰਸੋਂ ਨੂੰ ਤੀਆ ਦਿਨ ਹੈ। ਸੋ ਇਸ ਲਈ ਨਿੱਤ ਦਿਨ ਕਿਸੇ ਦਿਨ ਤੀਆ ਦਿਨ, ਨਿੱਤ ਦਿਨ ਪੰਜਾਬ ਚ ਆਉਂਦੀ ਹੈ, ਕਿਹੜੇ ਕਿਹੜੇ ਅੱਡੇ ਤੇ ਆਉਂਦੀ ਹੈ, ਤੇ ਕਾਹਦੇ ਲਈ ਹੈ ਪੁਲਿਸ, ਕਾਹਦੇ ਲਈ ਹੈ ਸਰਕਾਰਾਂ, ਕਾਹਦੇ ਲਈ ਹੈ ਸਿਸਟਮ?
ਆ ਇੱਕ ਅਖਬਾਰ ਨੇ ਇਹ ਤੱਥ ਸਾਹਮਣੇ ਰੱਖਤਾ, ਤੇ ਇਹ ਤਾਂ ਕੱਲੀ ਫੀਮ ਦਾ, ਚਿੱਟਾ ਤਾਂ ਇਹ ਤੋਂ ਵੀ ਖਤਰਨਾਕ ਹੈ। ਇਹਦਾ ਮਤਲਬ ਉਹਦੀ ਵੀ ਹੋਮ ਡਿਲੀਵਰੀ ਦਾ ਇਹੀ ਸਿਸਟਮ ਹੈ, ਇਹੀ ਧੰਦੇ ਨੇ, ਇਹੀ ਕਾਰੋਬਾਰ ਹੈ। ਕੌਣ ਕਰਦਾ? ਫਿਰ ਬਦਨਾਮ ਪੰਜਾਬ ਹੁੰਦਾ ਕਿ ਪੰਜਾਬ 'ਚ ਆਉਂਦਾ ਜੀ ਮਾਲ। ਆ ਕਿੱਥੋਂ ਰਿਹਾ? ਤੁਸੀਂ ਨਾ ਸੂਬਿਆਂ ਦੀਆਂ ਸਰਹੱਦਾਂ ਰੋਕ ਪਾ ਰਹੇ ਹੋ, ਨਾ ਵਿਦੇਸ਼ੀ ਸਰਹੱਦਾਂ ਰੋਕ ਪਾ ਰਹੇ ਹੋ, ਤੇ ਪੰਜਾਬ ਦੀ ਆ ਦੁਰਦਸ਼ਾ। ਜੀ ਜੀ।